अस्सलामुअलैकुम। ਵੈਲਕਮ ਤੁਹਾਨੂੰ ਸਭ ਨੂੰ ਮੇਰੇ ਚੈਨਲ ਮਿਰਚੀ ਟੇਸਟ ਆਫ ਫੂਡ 'ਚ। ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੈਂ ਪਾਲਕ ਕੱਟ ਰਹੀ ਹਾਂ ਤੇ ਤੁਸੀਂ ਵੀ ਕਹਿੰਦੇ ਹੋਵੋਗੇ ਕਿ ਇਹ ਜਿਹੜੀ ਹੈ ਨਾ ਮਿਰਚੀ ਟੇਸਟ ਆਫ ਫੂਡ ਵਾਲੀ, ਤੇ ਇਹ ਤੇ ਜਦੋਂ ਦੇਖੋ ਪਾਲਕ ਹੀ ਖਾਂਦੇ ਰਹਿੰਦੇ, ਖਰੇ ਕਿੰਨੀ ਕੁ ਪਾਲਕ ਖਾਂਦੇ, ਹੋਰ ਕੋਈ ਸਬਜ਼ੀ ਨਹੀਂ ਖਾਂਦੇ। ਕਿ 2-3 ਦਫਾ ਤੇ ਜਿਹੜੀਆਂ ਨਾ ਮੈਂ ਪਾਲਕ ਦੀ ਰੈਸਿਪੀਜ਼ ਲਗਾਈ ਹੋਈਆਂ ਵਾ, ਤੇ ਹੁਣ ਵੀ ਪਾਲਕ ਹੀ ਕੱਟਣ ਦਾ ਹੀ ਮਤਲਬ ਇਹ ਪਾਲਕ ਹੀ ਖਾਂਦੇ ਰਹਿੰਦੇ ਹਰ ਟਾਈਮ। ਤੇ ਲੇਕਿਨ ਅੱਜ ਜਿਹੜਾ ਨਾ ਮੈਂ ਪਾਲਕ ਦਾ ਕੱਟੀ ਜ਼ਰੂਰ ਆ ਪਾਲਕ, ਲੇਕਿਨ ਇਹ ਮੈਂ ਕਿਸੇ ਹੋਰ ਚੀਜ਼ 'ਚ ਡਾਲ ਕੇ ਬਣਾਉਣੀ ਆ। ਤੇ ਆਹ ਦੇਖੋ ਮੇਥੀ ਤੇ ਨਾਲ ਜਿਹੜੀਆਂ ਲੱਗੀਆਂ ਹੋਈਆਂ ਮੂਲੀਆਂ। ਤੇ ਤੁਹਾਨੂੰ ਮੈਂ ਜਿਹੜਾ ਨਾ ਆਪਣੇ ਅਸੀਂ ਜਿਹੜੇ ਮੁਰੱਬੇ ਸਬਜ਼ੀ ਲਗਾਈ ਹੋਈ ਹੈ ਤੇ ਮੈਂ ਉਹਦੀ ਸੈਰ ਕਰਾਵਾਂ, ਤੁਹਾਨੂੰ ਪਿੰਡ ਦੀ ਸ਼ਾਮ ਦਿਖਾਵਾਂ ਤੇ ਕਿੱਡੀ ਪਿਆਰੀ ਲੱਗਣ ਦਈ ਆ। ਸਰਸੋਂ ਲੱਗੀ ਹੋਈ ਤੇ ਜਿਹੜਾ ਸਰੋਂ ਦਾ ਤੇਲ ਜਿਹਦਾ ਨਿਕਲਦਾ ਤੇ ਅਸੀਂ ਸਿਰਾਂ ਨੂੰ ਲਾਈਦਾ ਵਾ। ਤੇ ਇਹ ਸਰਸੋਂ ਤੇ ਨਾਲ ਜਿਹੜੇ ਆ ਨਾ ਦੇਖੋ ਤੁਸੀਂ ਲਸਣ ਲੱਗਾ ਹੋਇਆ ਆ ਮਾਸ਼ਾਅੱਲਾ ਨਾਲ, ਤੇ ਉਹ ਪਰੇ ਵੀ ਸਰੋਂ ਹੀ ਆ। ਤੇ ਸੂਰਜ ਕਿੰਨਾ ਅੱਛਾ ਲੱਗ ਰਿਹਾ, ਸ਼ਾਮ ਦਾ ਟਾਈਮ ਆ ਤੇ ਸੂਰਜ ਗਰੂਬ ਹੋਣ ਆ। ਤੇ ਪਿੰਡ ਦੀ ਸਾਡੀ ਸ਼ਾਮ ਦੇਖੋ ਕਿੰਨੀ ਅੱਛੀ ਆ। ਤੇ ਹੁਣ ਅੱਜ ਜਿਹੜਾ ਨਾ ਮੈਂ ਤੁਹਾਡੇ ਨਾਲ ਜਿਹੜੀ ਰੈਸਿਪੀ ਸ਼ੇਅਰ ਕਰੂੰਗੀ ਤੇ ਉਹ ਅਸੀਂ ਸਾਗ ਪਕਾਇਆ ਸੀਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਰਦੀਆਂ ਆ ਗਈਆਂ ਤੇ ਹੁਣ ਅਸੀਂ ਜਿਹੜੇ ਆ ਨਾ ਪਿੰਡਾਂ ਵਾਲਿਆਂ ਨੇ ਤੇ ਸਾਗ ਬਥੇਰਾ ਪਕਾਉਣਾ ਤੇ ਨਾਲੇ ਸਾਗ ਗਿਫਟ ਕਰਨਾ ਸਾਰੇ ਰਿਸ਼ਤੇਦਾਰਾਂ ਨੂੰ, ਸ਼ਹਿਰਾਂ ਵਾਲਿਆਂ ਨੂੰ, ਤੇ ਨਾਲੇ ਅਸੀਂ ਆਪ ਖਾਣਾ। ਤੇ ਸਾਡੇ ਜਿਹੜਾ ਹੁਣ ਤੁਸੀਂ ਇਸ ਮੌਸਮ ਦੇ ਵਿੱਚ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਨਾ, ਤੇ ਵੈਸੇ ਅਸੀਂ ਵੀ, ਸਾਡੇ ਵੀ ਬੱਚੇ ਫਰਿੱਜ ਖੋਲ੍ਹਦੇ ਆ ਤੇ ਵਿੱਚ ਸਾਗ ਹੀ ਸਾਗ ਹੁੰਦਾ। ਤੇ ਜਿਹੜਾ ਨਾ ਸਰੋਂ ਦਾ ਸਾਗ ਹਰ ਜਗ੍ਹਾ ਪਿਆ ਹੋਇਆ ਤੇ ਡੱਬਿਆਂ 'ਚ ਪਾ ਪਾ ਕੇ ਤੇ ਬਰਫ਼ ਦੇ ਕੋਲੇ ਜਿਹੜੇ ਹੁਣ ਵਿਹਲੇ ਹੋ ਗਏ ਆ ਨਾ, ਸਰਦੀਆਂ ਗਰਮੀਆਂ ਤੋਂ 'ਚ ਬਰਫ਼ ਜਮਾਈ ਦੀ ਤੇ ਸਰਦੀਆਂ ਜਿਹੜੀਆਂ ਨਾ ਉਹ 'ਚ ਸਾਗ ਜਮਾ ਕੇ ਰੱਖੀਦਾ, ਤਾਂ ਕਿ ਜਿਹੜਾ ਗਿਫਟ ਜਿਹੜਾ ਮੰਗੇ ਨਾ ਰਿਸ਼ਤੇਦਾਰ ਤੇ ਉਹਨੂੰ ਕੱਢੀਏ, ਕੱਢ ਕੇ ਤੇ ਗਿਫਟ ਦੇ ਦਈਏ। ਤੇ ਆਹ ਜਿਹੜੀ ਆ ਨਾ ਬਾਥੂ ਆ, ਸਾਗ ਦੇ ਵਿੱਚ ਜਿਹੜਾ ਪੈਂਦਾ ਆ ਬਾਥੂ, ਤੇ ਨਾਲ ਜਿਹੜਾ ਨਾ ਸਰੋਂ ਦਾ ਸਾਗ ਸੀਗਾ ਤੇ ਉਹ ਛਿੱਲ ਕੇ ਤੇ ਅਸੀਂ ਸੁਬਾਹ ਜਿਹੜੇ ਆ ਨਾ ਸਾਰੀ ਫੈਮਿਲੀ ਬੈਠੀ ਕੱਟ ਰਹੀ ਸੀ। ਤੇ ਸਾਡੇ ਅੱਬੂ ਵੀ ਜਿਹੜੇ ਨਾ ਸਾਡੀ ਹੈਲਪ ਕਰਵਾ ਰਹੇ ਸੀਗੇ। ਤੇ ਪਾਲਕ ਜਿਹੜੀ ਸੀ ਬਾਹਰੋਂ ਅਸੀਂ ਮੈਂ ਤੋੜ ਕੇ ਲਿਆਂਦੀ ਸੀ ਤੇ ਨਾਲ ਉੱਥੇ ਹੀ ਸਰੋਂ ਦਾ ਸਾਗ ਲੱਗਾ ਸੀ ਤੇ ਉਹ ਅਸੀਂ ਤੋੜਿਆ ਸੀ, ਤੋੜ ਕੇ ਤੇ ਆ ਕੱਟ ਕੇ ਤੇ ਹੁਣ ਮੈਂ ਤੁਹਾਨੂੰ ਧੋਂਦਾ ਦਿਖਾਉਂਦੀ ਮਾਸ਼ਾਅੱਲਾ। ਨਾਲ ਤੁਸੀਂ ਪਰੇਸ਼ਾਨ ਨਾ ਹੋ ਜਿਓ ਕਿ ਬਾਜੀ ਨੇ ਮਾਸ਼ਾਅੱਲਾ ਕਿੰਨਾ ਪਕਾ ਲਿਆ। ਤੇ ਅਸੀਂ ਇਹ ਜਿਹੜਾ ਨਾ ਅੱਧੇ ਤੋਂ ਬਹੁਤਾ ਤੇ ਅਸੀਂ ਗਿਫਟ ਕਰ ਦੇਣਾ ਹੁੰਦਾ ਨਾ ਆਪਣੇ ਭੈਣਾਂ ਭਰਾਵਾਂ ਨੂੰ, ਕਿਉਂਕਿ ਸ਼ਹਿਰਾਂ ਵਾਲਿਆਂ ਨੂੰ ਫਿਰ ਸਾਗ ਜਿਹੜਾ ਨਾ ਉਹ ਬਾਜ਼ਾਰ ਦਾ ਹੀ ਮਿਲਦਾ ਸਬਜ਼ੀ ਵਾਲਿਆਂ ਕੋਲ, ਤੇ ਖਰੇ ਕਿੱਦਾਂ ਦਾ ਹੋਊਗਾ। ਤੇ ਫਰੈਸ਼ ਘਰ ਦਾ ਸੀ ਜਿਹੜਾ ਖੇਤਾਂ 'ਚੋਂ ਤੋੜ ਕੇ ਤੇ ਲਿਆ ਕੇ ਤੇ ਉਸੇ ਟਾਈਮ ਪਕਾਇਆ, ਤੇ ਇਤਨਾ ਅੱਛਾ ਇਹਦਾ ਟੇਸਟ ਬਣਦਾ ਆ। ਤੇ ਆ ਮੈਂ ਸਾਗ ਜਿਹੜਾ ਨਾ ਪਹਿਲਾਂ ਟੱਬ ਦੇ ਵਿੱਚ ਪਾਣੀ ਡਾਲਿਆ ਖੁੱਲ੍ਹਾ, ਤੇ ਉਹਦੇ ਵਿੱਚ ਧੋਤਾ ਤੇ ਫਿਰ ਦੁਬਾਰਾ ਉੱਤੋਂ ਦੀ ਪਾਣੀ ਡਾਲਿਆ, ਕਿਉਂਕਿ ਮਿੱਟੀ ਵਗੈਰਾ ਕਾਫੀ ਲੱਗੀ ਹੁੰਦੀ ਆ। ਤੇ ਕਿਉਂਕਿ ਬਾਰਿਸ਼ਾਂ ਤੇ ਉਹ ਜਿਹੜੀਆਂ ਹੋਈਆਂ ਨਹੀਂ ਤੇ ਗਰਦ ਵਗੈਰਾ ਇੰਨੀ ਹੁੰਦੀ ਆ, ਮਿੱਟੀ ਹੁੰਦੀ ਆ, ਤੇ ਉਸ 'ਚ ਅੱਛੀ ਤਰ੍ਹਾਂ ਜਿਹੜੀ ਨਾ ਧੁੱਲ ਜਾਏ। ਧੋ ਕੇ ਤੇ ਅਸੀਂ ਜਿਹੜਾ ਨਾ ਇਹਨੂੰ ਸਾਗ ਨੂੰ ਫਿਰ ਮੈਂ ਪਕਣਾ ਰੱਖ ਦਾਂਗੀ। ਤੇ ਸਾਗ ਦੀ ਇਹ ਹੈਗਾ ਕਿ ਇੱਕ ਵਾਰੀ ਕੱਟਣ ਦੀ ਜਿਹੜੀ ਆ ਨਾ ਉਹ ਕਰਨਾ ਪੈਂਦੀ, ਕੱਟ ਕੁੱਟ ਕੇ ਤੇ ਜਦੋਂ ਬਣਾ ਸਵਾਰ ਕੇ ਤੇ ਇਹਨੂੰ ਰੱਖ ਦਵੋ ਚੁੱਲ੍ਹੇ ਤੇ ਫਿਰ ਸਾਗ ਜਿਹੜਾ ਨਾ ਆਪੇ ਹੀ ਪੱਕਦਾ ਰਹਿੰਦਾ ਹੌਲੀ ਹੌਲੀ। ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਪਾਣੀ ਖੁਸ਼ਕ ਹੋ ਗਿਆ ਤੇ ਸਾਗ ਜਿਹੜਾ ਨਾ ਉਹ ਸਾਡਾ ਪੱਕ ਗਿਆ ਸੀਗਾ। ਤੇ ਪਾਣੀ ਇਹਦਾ ਸਾਗ ਦਾ ਅਸੀਂ ਬਦਲ ਦਿੱਤਾ ਸੀ, ਕਿਉਂਕਿ ਜਦੋਂ ਇਹ ਸਾਗ ਦਾ ਪਾਣੀ ਨਿਕਲ ਹੁੰਦਾ ਨਾ ਤੇ ਫਿਰ ਉਹਦੇ ਵਿੱਚੋਂ ਜਿਹੜਾ ਸਾਗ ਦਾ ਆਪਣਾ ਪਾਣੀ ਹੁੰਦਾ ਤੇ ਉਹ ਕੱਢ ਦਈਦਾ ਹੈ। ਤੇ ਵਿੱਚ ਜਿਹੜਾ ਨਾ ਪਾਣੀ ਕੱਢਣ ਤੋਂ ਬਾਅਦ ਇਹਦੇ ਵਿੱਚ ਮੈਂ ਡਾਲਿਆ ਸੀਗਾ ਸਬਜ਼ ਮਿਰਚਾਂ, ਤੇ ਕਿਉਂਕਿ ਸਾਗ ਜ਼ਿਆਦਾ ਸੀਗਾ ਮਾਸ਼ਾਅੱਲਾ, ਤੇ ਸਬਜ਼ ਮਿਰਚਾਂ ਜਿਹੜੀਆਂ ਕਿਲੋ ਸਬਜ਼ ਮਿਰਚਾਂ ਸੀ ਤੇ ਉਹਨਾਂ ਨੂੰ ਮੈਂ ਗ੍ਰੈਂਡ ਕਰਕੇ ਤੇ ਉਹ ਵਿੱਚ ਡਾਲੂੰਗੀ। ਡਾਲ ਕੇ ਤੇ ਉੱਤੋਂ ਫਰੈਸ਼ ਪਾਣੀ ਜਿਹੜਾ ਸਾਡੇ ਘਰ ਦਾ ਨਾ ਫਰੈਸ਼ ਪਾਣੀ, ਟੂਟੀ ਦਾ ਜਿਹੜਾ ਵੀ ਪਾਣੀ ਤੁਸੀਂ ਪੀਂਦੇ ਹੋ ਤੇ ਉਹ ਪਾਣੀ ਤੁਸੀਂ ਡਾਲ ਦੇਣਾ ਆ। ਜਿਹੜਾ ਸਾਗ ਦਾ ਪਾਣੀ ਹੈ ਨਾ ਉਹ ਵਿੱਚੋਂ ਕੱਢ ਦਈਦਾ ਹੁੰਦਾ ਹੈ, ਤਾਂ ਕਿ ਸਾਗ ਜਿਹੜਾ ਨਾ ਸਾਡਾ ਕੜਵਾ ਨਾ ਬਣੇ। ਤੇ ਇਸ ਲਈ ਸਾਗ ਦਾ ਪਾਣੀ ਕੱਢ ਦਿੱਤਾ ਹੈ। ਤੇ ਵਿੱਚ ਬਾਹਰੋਂ ਐਕਸਟਰਾ ਜਿਹੜਾ ਪਾਣੀ ਅਸੀਂ ਪੀਦਾ ਆਮ, ਤੇ ਉਹ ਫਰੈਸ਼ ਪਾਣੀ ਜਿਹੜਾ ਨਾ ਉਹ ਇਹਦੇ ਵਿੱਚ ਸ਼ਾਮਿਲ ਕੀਤਾ ਆ। ਤੇ ਹੁਣ ਮੈਂ ਇਹਦੇ ਵਿੱਚ ਡਾਲ ਦੂੰਗੀ ਨਮਕ, ਤੇ ਨਾਲ ਇਹਦੇ ਵਿੱਚ ਲਾਲ ਮਿਰਚਾਂ ਡਾਲੀਆਂ। ਤੇ ਲਾਲ ਮਿਰਚਾਂ ਇਤਨੀ ਜ਼ਿਆਦਾ ਨਹੀਂ ਡਾਲੀਆਂ ਮੈਂ, ਕਿਉਂਕਿ ਸਬਜ਼ ਵਿੱਚ ਮਾਸ਼ਾਅੱਲਾ ਕਿਲੋ ਡਾਲੀਆਂ ਸੀ। ਤੇ ਲਾਲ ਮਿਰਚਾਂ ਜਿਹੜੀਆਂ ਨਾ ਉਹ ਮੈਂ ਕਮ ਡਾਲੀਆਂ ਵਾ, 3 ਚਮਚ ਜਿਹੜੇ ਆ ਨਾ ਮੈਂ ਖਾਣੇ ਵਾਲੇ ਹੋਣਗੇ ਉਹ ਲਾਲ ਮਿਰਚਾਂ ਦੇ ਡਾਲੇ ਆ। ਤੇ ਨਮਕ ਤੇ ਲਾਲ ਮਿਰਚਾਂ ਤੇ ਜਦੋਂ ਅਸੀਂ ਤੁੜਕਾ ਬਣਾਈਦਾ ਤੇ ਉਸ ਟਾਈਮ ਵੀ ਜਿਹੜਾ ਨਾ ਵਿੱਚ ਅਸੀਂ ਇਹਦੇ ਸ਼ਾਮਿਲ ਕਰ ਸਕਦੇ ਹਾਂ। ਤੇ ਜਿਹੜੀਆਂ ਹਰੀਆਂ ਮਿਰਚਾਂ ਤੇ ਉਹ ਤੇ ਇਸ ਟਾਈਮ ਡਾਲਣੀਆਂ ਪੈਂਦੀਆਂ। ਤੇ ਨਾਲ ਵਿੱਚ ਪਾਲਕ ਪਾਈ ਸੀ, ਤੇ ਨਾਲ ਬਾਥੂ ਜਿਹੜਾ ਸੀ ਤੁਹਾਨੂੰ ਮੈਂ ਦਿਖਾਇਆ ਤੇ ਉਹ ਵੀ ਕੱਟ ਕੇ ਤੇ ਇਹਦੇ ਵਿੱਚ ਪਾਇਆ ਸੀ। ਤੇ ਹੁਣ ਜਿਹੜਾ ਨਾ ਮੈਨੂੰ ਸਾਗ ਨੂੰ ਘੋਟੂੰਗੀ, ਤੇ ਅਸੀਂ ਮਿੱਟੀ ਦੀ ਹਾਂਡੀ ਲੈ ਕੇ ਤੇ ਉਹਦੇ ਵਿੱਚ ਜਿਹੜਾ ਨਾ ਇਹਨੂੰ ਡਾਲ ਦੇਣਾ ਆ। ਤੇ ਜਦੋਂ ਤੱਕ ਮੈਂ ਸਾਗ ਘੋਟਦੀ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਆਈਆਂ ਤੇ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੀਆਂ ਆ ਤੇ ਉਹ ਇਹਨੂੰ ਮੇਰੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ
ਤੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਨਈ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਣ। ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਯਕੀਨਨ ਮੈਨੂੰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਏਗੀ ਤੇ ਇਹਨੂੰ ਲਾਈਕ ਵੀ ਕਰ ਦੇਣਾ ਤੇ ਆਪਣੀ ਬਾਕੀ ਭੈਣਾਂ ਨਾਲ ਸ਼ੇਅਰ ਵੀ ਕਰਨਾ। ਤੇ ਹੁਣ ਜਿਹੜਾ ਨਾ ਸਾਗ ਮੈਂ ਪਾ ਕੇ ਵਿੱਚ ਹਾਂਡੀ ਤੇ ਇਹਨੂੰ ਘੋਟੂੰਗੀ। ਤੇ ਘੋਟਣ ਲਈ ਅਸੀਂ ਜਿਹੜਾ ਨਾ ਇਹਦੇ ਵਿੱਚ ਮਕਈ ਦਾ ਆਟਾ ਡਾਲਿਆ ਆ ਮੈਂ। ਤੇ ਤੁਸੀਂ ਦੇਖ ਲੈਣਾ ਅਗਰ ਸਾਗ ਤੁਹਾਨੂੰ ਜ਼ਿਆਦਾ ਪਤਲਾ ਲੱਗ ਰਿਹਾ ਤੇ ਤੁਸੀਂ ਆਟਾ ਥੋੜਾ ਜ਼ਿਆਦਾ ਡਾਲ ਲੈਣਾ, ਲੇਕਿਨ ਇਹਦੇ ਤਕਰੀਬਨ ਜਿਹੜਾ ਨਾ ਮੈਂ ਹਾਫ ਪਿਆਲੀ ਇਹਦੇ ਵਿੱਚ ਮਕਈ ਦਾ ਆਟਾ ਡਾਲਿਆ ਸੀ ਡਾਲ ਕੇ। ਤੇ ਹੁਣ ਮੈਂ ਇਹਨੂੰ ਨਾ ਸਾਗ ਨੂੰ ਅੱਛੀ ਤਰ੍ਹਾਂ ਘੋਟ ਲਾਂਗੀ ਤੇ ਘੋਟ ਕੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿ ਕਿਸ ਤਰ੍ਹਾਂ ਦਾ ਲੱਗਦਾ। ਤੇ ਸਰਦੀਆਂ ਆ ਜਾਂਦੀਆਂ ਤੇ ਬੱਚੇ ਤੇ ਸਾਡੇ ਵੈਸੇ ਸ਼ੌਕ ਨਾਲ ਹੀ ਖਾਂਦੇ ਆ ਤੇ ਸਾਡੇ ਸਾਰੇ ਘਰ ਵਾਲੇ ਸਾਗ ਸ਼ੌਕ ਨਾਲ ਖਾਂਦੇ ਆ, ਲੇਕਿਨ ਫੇ ਵੀ ਵਿਚਾਰੇ ਕਹਿਣ ਲੱਗ ਜਾਂਦੇ ਆ ਕਿ ਖਲਾ ਸਾਗ ਤੁਸੀਂ ਜਿਹੜਾ ਨਾ ਸਾਡੇ ਰੰਗ ਵੀ ਸਬਜ਼ ਹੀ ਕਰ ਦੇਣਾ ਸਾਡਾ ਤੁਸੀਂ ਅੰਮੀਆਂ ਨਾਲ। ਤੇ ਸਾਰੇ ਵੈਸੇ ਸ਼ੌਕ ਨਾਲ ਹੀ ਖਾ ਲੈਂਦੇ ਆ ਸਾਗ, ਲੇਕਿਨ ਸਰਦੀਆਂ ਖਾ ਵੀ ਇਹ ਬਹੁਤਾ ਹੁੰਦਾ ਤੇ ਅੱਛਾ ਲੱਗਦਾ। ਤੇ ਗਰਮੀਆਂ ਜੋ ਹੀ ਗਰਮੀਆਂ ਆਣੀਆਂ ਤੇ ਫਿਰ ਜਿਹੜਾ ਨਾ ਫਰੀਜ਼ ਕੀਤਾ ਸਾਗ ਤੇ ਉਹ ਵੀ ਨਹੀਂ ਚੰਗਾ ਲੱਗਦਾ। ਤੇ ਆ ਜਿਹੜਾ ਨਾ ਹੁਣ ਮੈਂ ਇਹਨੂੰ ਲੱਗੀ ਸੀ ਤੁੜਕਣ ਸਾਗ ਨੂੰ ਤੇ ਮੈਂ ਘੋਟ ਲਿਆ ਸੀ। ਤੇ ਬਾਹਰੋਂ ਜਾ ਕੇ ਤੇ ਖੇਤਾਂ ਦੇ ਵਿੱਚੋਂ ਮੈਂ ਤੁਹਾਨੂੰ ਲਸਣ ਦਿਖਾਇਆ ਸੀ ਜਿਹੜਾ, ਤੇ ਉਹ ਲਸਣ ਲੈ ਕੇ ਆਈ ਤੇ ਨਾਲ ਮੈਂ ਹਰਾ ਧਨੀਆ ਲੈ ਕੇ ਆਈ ਕੱਟ ਕੇ। ਤੇ ਕਿਉਂਕਿ ਲਸਣ ਹਜੇ ਥੋੜਾ ਹੋਇਆ ਆ ਤੇ ਇਤਨਾ ਬੜਾ ਨਹੀਂ ਹੋਇਆ ਤੇ ਉਹਦੀਆਂ ਭੁੱਕਾਂ ਤੋੜ ਕੇ ਲਸਣ ਦੀਆਂ ਤੇ ਛੋਟਾ ਆ ਹਜੇ ਲਸਣ, ਇੰਨਾ ਜ਼ਿਆਦਾ ਵੱਡਾ ਨਹੀਂ ਹੋਇਆ। ਤੇ ਨਾਲ ਜਿਹੜਾ ਨਾ ਫਰੈਸ਼ ਧਨੀਆ ਤੇ ਇਹਦਾ ਅਸੀਂ ਹੁਣ ਤੁੜਕਾ ਲਗਾਵਾਂਗੇ ਸਾਗ ਨੂੰ ਤਾਂ ਕਿ ਜਿਹੜਾ ਨਾ ਅਸੀਂ ਰਾਤ ਦਾ ਖਾਣਾ ਅੱਜ ਸਾਗ ਦੇ ਨਾਲ ਹੀ ਮਾਸ਼ਾਅੱਲਾ ਨਾਲ ਖਾਣਾ ਆ। ਤੇ ਇਸ ਲਈ ਹੁਣ ਮੈਂ ਸਾਗ ਨੂੰ ਫਟਾਫਟ ਤੁੜਕ ਲਾਂਗੀ ਤੇ ਗੈਸ ਦਾ ਕੋਈ ਪਤਾ ਨਹੀਂ ਗੈਸ ਕਿਸ ਟਾਈਮ ਬੰਦ ਹੋ ਜਾਵੇ, ਕਿਉਂਕਿ ਸਾਗ ਵਿਚਾਰਾ ਕੱਲ ਦਾ ਰੱਖਿਆ ਉੱਤੇ ਸਵੇਰ ਦਾ ਤੇ ਦੁਪਹਿਰ ਥੋੜੀ ਜਿਹੀ ਗੈਸ ਆਈ ਥੋੜਾ ਜਿਹਾ ਪੱਕਿਆ ਤੇ ਸਵੇਰ ਨੂੰ ਸਾਰੀ ਟਾਈਮ ਗੈਸ ਆਉਂਦੀ ਆ ਫਜਰ ਟਾਈਮ ਤੇ ਉਦੋਂ ਥੋੜਾ ਜਿਹਾ ਪੱਕਿਆ ਤੇ ਫਿਰ ਇਹ ਦੁਪਹਿਰ ਨੂੰ ਫੇਰ ਗੈਸ ਆਈ ਤੇ ਕਿਤੇ ਜਾ ਕੇ ਉਦੋਂ ਪੂਰਾ ਹੋਇਆ। 1.5 ਦਿਨ ਬਾਅਦ ਜਿਹੜਾ ਨਾ ਸਾਗ ਪੱਕ ਕੇ ਤੇ ਪੂਰਾ ਹੁੰਦਾ ਗੈਸ ਦੀ ਵਜ੍ਹਾ ਤੋਂ। ਤੇ ਆ ਹੁਣ ਮੈਂ ਫਟਾਫਟ ਮੈਂ ਕਿਹਾ ਗੈਸ ਆਉਣ ਦਈ ਆ ਤੇ ਨਾਲ ਮੈਂ ਵੀਡੀਓ ਬਣਾ ਲਾ ਆਪਣੀ ਭੈਣਾਂ ਦੀ ਤੇ ਨਾਲੇ ਇਹਨੂੰ ਮੈਂ ਜਿਹੜਾ ਨਾ ਸਾਗ ਨੂੰ ਤੁੜਕ ਲਾਂ। ਤੇ ਇਸ ਤਰ੍ਹਾਂ ਤੁਸੀਂ ਇਹਨੂੰ ਨਾ ਕੱਟ ਲੈਣਾ ਆ, ਕੱਟ ਕੇ ਤੇ ਲਸਣ ਦੀਆਂ ਜਿਹੜੀਆਂ ਭੁੱਕਾਂ ਕੱਟ ਲੈਣੀਆਂ ਸਾਰੀਆਂ, ਇਹਨੂੰ ਜ਼ਾਇਆ ਨਹੀਂ ਕਰਨਾ ਇਹਨਾਂ ਨੂੰ। ਤੇ ਮੈਂ ਇੱਕ ਵਾਰੀ ਚੈੱਕ ਕਰਕੇ ਤੇ ਹੁਣ ਮੈਂ ਧਨੀਆ ਵੀ ਕੱਟ ਲੂੰਗੀ। ਕੱਟ ਕੇ ਤੇ ਹੁਣ ਮੈਂ ਇਹਦਾ ਲਗਾਉਣਾ ਤੁੜਕਾ। ਤੇ ਅਦਰਕ ਜਿਹੜਾ ਨਾ ਤੁਸੀਂ ਤੇ ਲਸਣ ਵੀ ਡਾਲ ਸਕਦੇ ਆ ਤੇ ਅਦਰਕ ਵੀ, ਤੇ ਉਹਨੂੰ ਅਦਰਕ ਲਸਣ ਨੂੰ ਜਿਹੜਾ ਨਾ ਕੁੱਟ ਕੇ ਤੇ ਉਹਦਾ ਪੇਸਟ ਬਣਾ ਲੈਣਾ। ਪਹਿਲੇ ਹੀ ਕੁੱਟ ਕੇ ਤੇ ਇਹਨੂੰ ਅਸੀਂ ਫਰੀਜ਼ ਕੀਤਾ ਹੋਇਆ ਆ ਤੇ ਫਰੀਜ਼ ਟੁਕੜੀਆਂ ਜੀਆਂ ਬਣਾ ਕੇ ਤੇ ਇੰਜ ਤੁਸੀਂ ਫਰੀਜ਼ ਕਰਕੇ ਵੀ ਰੱਖ ਸਕਦੇ ਆ। ਤੇ ਅਗਰ ਫਰੈਸ਼ ਆ ਜਾਵੇ ਤੇ ਫਰੈਸ਼ ਵਿੱਚ ਕੁੱਟ ਕੇ ਡਾਲ ਲਵੋ, ਨਹੀਂ ਤੇ ਅਸੀਂ ਫਰੀਜ਼ ਕੀਤਾ ਹੋਇਆ ਸੀ ਤੇ ਮੈਂ ਉਹ ਡਾਲਿਆ। ਤੇ ਜਦੋਂ ਲਸਣ ਅਦਰਕ ਜਿਹੜਾ ਬਰਾਊਨ ਹੋ ਗਿਆ ਤੇ ਮੈਂ ਫਿਰ ਇਹਦੇ ਵਿੱਚ 2 ਚਮਚ ਲਾਲ ਮਿਰਚਾਂ ਦੇ ਡਾਲੇ ਤੇ ਨਮਕ ਥੋੜਾ ਜਿਹਾ ਡਾਲਿਆ। ਡਾਲ ਕੇ ਤੇ ਜਿਹੜਾ ਮੈਂ ਹਰਾ ਧਨੀਆ ਜਿਹੜਾ ਮੈਂ ਕੱਟਿਆ ਸੀ ਤੇ ਨਾਲ ਭੁੱਕਾਂ ਸੀਗੀਆਂ ਲਸਣ ਦੀਆਂ ਤੇ ਉਹਨਾਂ ਨੂੰ ਇਹਦੇ ਵਿੱਚ ਮੈਂ ਡਾਲ ਕੇ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਪਕਾ ਕੇ ਤੇ ਮੈਂ ਸਾਗ ਨੂੰ ਜਿਹੜਾ ਨਾ ਹੁਣ ਇਹਦਾ ਤੁੜਕਾ ਲਗਾ ਦਾਂਗੀ। ਤੇ ਇਹ ਬਹੁਤ ਹੀ ਮਜ਼ੇ ਦਾ ਔਰ ਟੇਸਟੀ ਬਣਿਆ ਸੀ ਤੇ ਘਰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇੰਸ਼ਾਅੱਲਾ ਤਾਲਾ ਤੁਹਾਨੂੰ ਪਸੰਦ ਆਊਗਾ। ਤੇ ਜਿਹੜਾ ਨਾ ਤੁਸੀਂ ਮੈਨੂੰ ਫੀਡਬੈਕ ਜ਼ਰੂਰ ਦਿਓ, ਕਮੈਂਟ ਬਾਕਸ ਦੇ ਵਿੱਚ ਮੇਰੇ ਦੱਸਿਓ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਮੇਰਾ ਸਾਗ ਲੱਗਾ ਪੱਕਾ ਹੋਇਆ। ਤੇ ਅਗਰ ਕੋਈ ਤੁਹਾਡੇ ਕੋਲ ਨਵਾਂ ਤਰੀਕਾ ਸਾਗ ਪਕਾਉਣ ਦਾ ਤੁਸੀਂ ਉਹ ਵੀ ਦੱਸਿਓ, ਕਿਉਂਕਿ ਸਾਡੀਆਂ ਅੰਮੀਆਂ ਤੇ ਇੰਝ ਹੀ ਪਕਾਉਂਦੀਆਂ ਆਈਆਂ ਤੇ ਉਹਨਾਂ ਨੇ ਇੱਦਾਂ ਹੀ ਸਾਨੂੰ ਸਿਖਾਇਆ ਪਕਾਉਣਾ ਤੇ ਜਿਸ ਤਰੀਕੇ ਦੇ ਨਾਲ ਮੈਂ ਬਣਾਇਆ ਵਾ। ਤੇ ਇਹ ਬਹੁਤ ਹੀ ਆਸਾਨ ਆ ਤੇ ਫਟਾਫਟ ਤਨੀ ਖੈਰ ਬਣਦਾ। ਤੇ ਇਹਨੂੰ ਕੱਟਣਾ ਜ਼ਰਾ ਔਖਾ ਹੁੰਦਾ, ਸਾਗ ਛਿੱਲਣਾ ਕੱਟਣਾ ਤੇ ਉਹ 'ਚ ਵਾਵਾ ਮਿਹਨਤ ਲੱਗਦੀ, ਲੇਕਿਨ ਜਦੋਂ ਚੁੱਲ੍ਹੇ ਤੇ ਰੱਖ ਦਈਦਾ ਪੱਕਣਾ ਫੇ ਤੇ ਆਪੇ ਹੀ ਪੱਕਦਾ ਰਹਿੰਦਾ। ਦੇਖੋ ਤੁਸੀਂ ਇਹਨੂੰ ਮੈਂ ਤੁੜਕਾ ਲਗਾ ਲਿਆ ਤੇ ਕਿੰਨਾ ਅੱਛਾ ਇਹਦਾ ਕਲਰ ਤੇ ਕਿੰਨਾ ਅੱਛਾ ਲੱਗ ਰਿਹਾ ਤੇ ਖਾਣ ਲਈ ਵੀ ਇਹ ਬਹੁਤ ਹੀ ਟੇਸਟੀ ਸੀਗਾ। ਤੇ ਸਾਡੀ ਜਿਹੜੀ ਜ਼ਮੀਨ ਦਾ ਸਾਗ ਆ ਤੇ ਜ਼ਮੀਨ ਦਾ ਵੀ ਹੁੰਦਾ, ਪਾਣੀ ਦਾ ਵੀ ਫਰਕ ਹੁੰਦਾ ਵਾ। ਸਾਡੇ ਇਲਾਕੇ ਦਾ ਜਿਹੜਾ ਸਾਗ ਆ ਤੇ ਬਹੁਤ ਹੀ ਮਜ਼ੇ ਦਾ ਬਣਦਾ ਆ, ਬੜਾ ਟੇਸਟੀ ਬਣਦਾ ਆ। ਤੇ ਹੁਣ ਮੈਂ ਸਾਗ ਨੂੰ ਤੁੜਕਾ ਲਗਾ ਦਿੱਤਾ ਆ ਤੇ ਅਸੀਂ ਜਿਹੜਾ ਨਾ ਹੁਣ ਇਹਨੂੰ ਇੰਸ਼ਾਅੱਲਾ ਤਾਲਾ ਖਾਵਾਂਗੇ, ਰਾਤ ਦੇ ਖਾਣੇ 'ਚ ਵੀ ਖਾਵਾਂਗੇ। ਤੇ ਹੁਣ ਤੁਸੀਂ ਜਿਹੜਾ ਨਾ ਮੈਨੂੰ ਦਿਓ ਇਜਾਜ਼ਤ ਤੇ ਦੁਆਵਾਂ ਦੇ ਵਿੱਚ ਮੈਨੂੰ ਤੁਸੀਂ ਯਾਦ ਰੱਖਿਓ ਤੇ ਮੈਂ ਇੰਸ਼ਾਅੱਲਾ ਤਾਲਾ ਆਪਣੀ ਨਈ ਰੈਸਪੀਜ਼ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਜਿਹੜਾ ਨਾ ਜਲਦੀ ਹੀ ਹਾਜ਼ਰ ਹੋਊਂਗੀ ਮੇਰੇ ਵੱਲੋਂ। ਹੁਣ ਅੱਲਾ ਹਾਫਿਜ਼।